ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਸੁਭਾਇਮਾਨ ਹੋ ਕੇ ਜਿੱਥੇ ਸੱਚੇ ਸਾਹਿਬ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ 353ਵਾਂ ਪ੍ਰਕਾਸ਼ ਪੁਰਬ ਸਮਾਗਮ ਆਰੰਭ ਹੈ, ਜਿਸ ਵਿੱਚ ਅੱਜ ਦੇ ਇਸ ਪਾਵਨ ਅਸਥਾਨ ਤੋਂ ਨਗਰ ਕੀਰਤਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਪੰਜ ਪਿਆਰੇ ਸਾਹਿਬਾਨ, ਪੰਜ ਨਿਸ਼ਾਨਚੀ ਸਾਹਿਬਾਨ ਸਮੂਹ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਹੋਇਆਂ ਆਪਣੇ ਆਪ ਨੂੰ ਧੰਨ ਭਾਗੀ ਬਣਾਉਂਦਿਆਂ ਹੋਇਆਂ ਸਾਹਿਬ ਜੀ ਜੋ ਸੱਜਣ ਸੱਚਾ ਪਾਤਸ਼ਾਹ ਹਨ, ਤਿੰਨਾਂ ਦੀ ਹਜ਼ੂਰੀ ਵਿੱਚ ਮਾਣ ਮਹਿਸੂਸ ਕਰਦਿਆਂ ਮਲ ਜਨਮ ਜਨਮ ਦੀ ਕੱਟੀਐ ਲਈ ਆਪਣੇ ਸ਼ੁਭ ਆਚਾਰ ਰਾਹੀਂ ਸੱਚੋ ਔਰੈ ਸਭ ਕੋ ਉੱਪਰ ਸੱਚ ਆਚਾਰ, ਇਸ ਦੀ ਕਰਤੱਵਯਤਾ ਦੇ ਵਿੱਚ ਆਪਣੇ ਜੀਵਨ ਦੇ ਪਲ ਜਿਹੜੇ ਬਹੁਤ ਬੇਸ਼ਕੀਮਤੇ ਹਨ, ਪਰਮਾਤਮਾ ਵੱਲੋਂ ਮਿਲਿਆ ਹੋਇਆ ਇਹ ਮਨੁੱਖੀ ਸਰੀਰ ਜਿਹਦੇ ਇੱਕ ਇੱਕ ਸਵਾਸ ਦਾ ਕੋਈ ਮੁੱਲ ਨਹੀਂ। ਅੱਜ ਟੈਕਨੀਕ ਦੇ ਯੁੱਗ ਵਿੱਚ ਜੀਂਦੇ ਹੋ, ਡੁਪਲੀਕੇਟ ਸਾਹ ਪ੍ਰਣਾਲੀ 'ਤੇ ਕਿੰਨਾ ਪੈਸਾ ਲਾਉਣਾ ਪੈ ਜਾਂਦਾ, ਜਿਹਨੂੰ ਵੈਂਟੀਲੇਸ਼ਨ ਕਹਿੰਦੇ ਹੋ। ਇਮੈਜਨ ਕਰੋ ਕਿ ਪਰਮਾਤਮਾ ਦੇ ਦਿੱਤੇ ਹੋਏ ਇਹ ਸਵਾਸ ਔਰ ਸਾਡੇ ਲਈ ਜੋ ਅਸੀਂ ਸਵਾਸ ਨੂੰ ਵੇਸਟ ਰੂਪ ਵਿੱਚ ਬਾਹਰ ਨਿਕਾਲਦੇ ਹਾਂ, ਕਾਰਬਨ ਡਾਈਆਕਸਾਈਡ ਨੂੰ ਨੇਚਰ ਦੁਆਰਾ ਫਿਰ ਰੀਯੂਜ਼ ਕਰਕੇ ਸਾਨੂੰ ਆਕਸੀਜਨ ਕਨਵਰਟ ਕਰ ਦਿੰਦੀ ਹੈ। ਕੈਸੀ ਮਹਾਨਤਾ ਹੈ ਉਸ ਕਾਦਰ ਦੀ, ਕਿਉਂਕਿ ਜਿਸ ਸਰਜ਼ਮੀਨ 'ਤੇ ਤਪ ਸਥਾਨ 'ਤੇ ਤੁਸੀਂ ਬੈਠੇ ਹੋ, ਭਗਤ ਜੈਤਾ ਮਲ ਜੀ ਦਾ ਇਹ ਪਾਵਨ ਅਸਥਾਨ, ਜਿਸ ਇਤਿਹਾਸ ਦੀ ਵਿਰਾਸਤ ਨੂੰ ਤੁਸੀਂ ਖੁਦ ਉਸ ਨਿਸ਼ਾਨ ਦੇ ਵਿੱਚੋਂ ਮਹਿਸੂਸ ਕਰਦੇ ਹੋ ਕਿ ਗੰਗਾ ਜੀ ਇੱਥੇ ਇਸ਼ਨਾਨ ਕਰਵਾਉਣ ਆਉਂਦੇ ਸਨ। ਇਸ ਨੂੰ ਨਜ਼ਰੀਆ ਬਣਾ ਕੇ ਜੈਤਾ ਮਲ ਜੀ ਜੋ ਭਗਤ ਸਰੂਪ ਸਨ, ਸਾਚੇ ਸ਼ਹਿਨਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਉਸ ਦੀ ਭਾਵਨਾ ਨੂੰ ਸੰਪੂਰਨ ਕਰਨ ਵਾਸਤੇ ਕੁਦਰਤ ਨੂੰ ਸਾਜਣਹਾਰ ਕਰਤਾਰ ਦਾ ਸਰੂਪ ਸਨ। ਕੁਦਰਤ ਨੂੰ ਬਣਾਉਣ ਵਾਲਾ ਉਹ ਕਾਦਰ ਜਿਹੜਾ ਕੁਦਰਤ ਰਾਹੀਂ ਬਸ ਕੇ ਸਾਨੂੰ ਕੁਦਰਤ ਦਾ ਸੁਨੇਹਾ ਦਿੰਦਾ ਹੈ। ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। 84 ਲੱਖ ਦੀ ਕੈਟਾਗਰੀ ਦੇ ਵਿੱਚੋਂ ਅਸੀਂ ਹਿਊਮਨ ਕੈਟਾਗਰੀ ਵਿੱਚ ਆਉਂਦੇ ਹਾਂ। ਮਨੁੱਖ ਦਾ, ਬੰਦੇ ਦਾ ਆਕਾਰ ਤੇ ਆਧਾਰ
ਗੁਰੂ ਸਾਹਿਬ ਜੀ ਬੰਦੇ ਬੰਦਗੀ ਇਖਤਿਆਰ ਤੇ ਨਾਲ ਹੀ ਬੰਦੇ ਦਿਲ ਖੋਜ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਕੁਝ ਸ਼ਬਦਾਂ ਦੀ ਸਾਂਝ ਪਾ ਸਕਾਂ। ਆਦਬ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੀ ਦਾਸ ਤੋਂ ਪਹਿਲੇ ਆਪ ਜੀ ਸਾਹਿਬ ਮੇਰਾ ਨੀਤ ਨਵਾ, ਡਿਠੇ ਸਭੇ ਥਾਵ ਨਹੀਂ ਤੁਧ ਜਿਹਿਆ। ਬਦਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਰ ਹਾਂ ਨਾਨਕ ਅਸਮਲ ਜਾਹੇ, ਨਹਾਇਐ ਰਾਮਦਾਸ ਸਰ। ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਾਹਿਬਾਨ ਪਾਸੋਂ ਸਾਹਿਬ ਮੇਰਾ ਨੀਤ ਰਵਾ ਸ਼ਬਦ ਸੁਣ ਰਹੇ ਸੋ। ਸ਼ਬਦ ਕੀਰਤਨ ਰੂਪ ਵਿੱਚ ਸਰਵਣ ਕਰਵਾਇਆ ਜਾ ਰਿਹਾ ਸੀ। ਗੁਰਸਿੱਖਾਂ ਦੀ ਪਿਆਰ ਭਾਵਨਾ 'ਚ ਜਿੰਨਾ ਕੋਈ ਸ਼ਰਧਾ ਵਿਸ਼ਵਾਸ ਨਾਲ ਜੁੜਨ ਦੀ ਸਮਰੱਥਾ ਰੱਖਦਾ, ਉਤਨਾ ਉਹ ਮਹਿਸੂਸ ਕਰਦਾ। ਤਾਂ ਜਿਸ ਅਸਥਾਨ ਤੇ ਜੁੜੇ ਹਾਂ, ਭਗਤ ਜੈਤਾ ਮਲ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਿਸੂਸ ਕਰਦੇ ਸਨ। ਅਰ ਉਹ ਸ਼ਾਹੇ ਸ਼ਹਿਨਸ਼ਾਹ ਨਾਵੇ ਰੂਪ ਵਿੱਚ ਹੋ ਕੇ ਇਸ ਪਾਵਨ ਅਸਥਾਨ ਤੇ ਪਹੁੰਚਦੇ ਨੇ। ਆਕਾਰ ਜੋ ਸਾਕਾਰ ਰੂਪ ਰਾਹੀਂ ਨਿਰਾਕਾਰ ਦਾ ਆਧਾਰ, ਜਿਸ ਆਧਾਰ ਵਿੱਚੋਂ ਅੱਜ ਵਰਤਮਾਨ ਮਨੁੱਖੀ ਸਰੀਰ ਵਿੱਚ ਅਸੀਂ ਹਾਂ। ਮਨੁੱਖੀ ਸਰੀਰ ਦੀ ਸਾਧਨਾ ਮਨੁੱਖ ਦਾ ਕਰਮ ਹੁੰਦਾ ਹੈ। ਜਿੱਥੇ ਅਸੀਂ ਸਮਾਜ ਵਿੱਚ ਜੀਂਦਿਆਂ ਹੋਇਆਂ ਕਰਮ ਕਰਦੇ ਹਾਂ, ਵੱਖਰੇ ਜੈਸੇ ਕਰਮ ਵੈਸਾ ਸਾਨੂੰ ਕਰਮ ਨਾਮ ਨਾਲ ਜਾਣਿਆ ਜਾਂਦਾ ਹੈ। ਜਿੰਨੀਆਂ ਸੰਸਾਰ ਦੀਆਂ ਪਦਵੀਆਂ ਨੇ ਪੱਧਤੀਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਐਸੇ ਨਾਮਾਕਰਨਾਂ ਨੂੰ ਜਦੋਂ ਅਸੀਂ ਵਿਸ਼ੇਸ਼ ਕਰਕੇ ਆਬਸਟਰੈਕਟ ਨਾਉਨ ਕਰਕੇ ਜਾਣਦੇ ਹਾਂ, ਇਸੇ ਤਰ੍ਹਾਂ ਨਾਲ ਰੱਬ ਕੋਲੋਂ ਆਇਆ ਹੋਇਆ ਬੰਦਾ, ਮਨੁੱਖੀ ਜੀਵਨ ਵਿੱਚ ਸ਼ਬਦ ਨੂੰ ਪ੍ਰਣਾਇਆ ਹੋਇਆ ਬੰਦਾ ਜਦੋਂ ਸ਼ਬਦ ਦਾ ਕਰਮ ਕਰਦਾ ਹੈ, ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਨੇ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਆਪ ਵਿੱਚੋਂ ਜਿਨ੍ਹਾਂ ਸੰਗਤਾਂ ਨੇ ਰਾਤ ਵਿਚਾਰ ਦੇ ਵਿੱਚ ਜੁੜਦਿਆਂ ਹੋਇਆਂ ਸਰਵਣ ਕੀਤਾ ਹੋਏਗਾ ਕਿ ਬਾਲ ਲੀਲਾ ਕਰਨ ਵਾਲੇ ਬਾਲਾ ਪ੍ਰੀਤਮ ਸ਼ਾਹੇ ਸ਼ਹਿਨਸ਼ਾਹ ਨੂੰ ਅੱਜ ਜੇ ਅਸੀਂ ਮਹਿਸੂਸ ਕਰਦੇ ਹਾਂ, ਤਾਂ ਇਹ ਮਹਿਸੂਸ ਭਾਵਨਾ ਦੇ ਵਿੱਚੋਂ ਇੱਕ ਭਗਤ ਦੇ ਜੀਵਨ ਅੰਦਰ ਪਰਮਾਤਮਾ ਦੀ ਸ਼ਕਤੀ ਜਦੋਂ ਬਣਦੀ ਹੈ, ਤਾਂ ਉਹ ਗੁਰੂ ਦੇ ਗਿਆਨ ਅਭਿਆਸ ਰਾਹੀਂ ਬਣਦੀ ਹੈ। ਤਾਂ ਭਗਤੀ ਨੂੰ ਇਸ ਕਦਰ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ ਹੈ ਕਿ ਹੇ ਮੇਰੇ ਪਰਮਾਤਮਾ, ਮੇਰੇ ਲਈ ਜੇ ਕੋਈ ਹੈ ਤਾਂ ਉਹ ਤੂੰ ਹੈ। ਤੇਰੇ ਤੋਂ ਬਿਨਾ ਦੂਜਾ ਮੇਰਾ ਕੋਈ ਹੈ ਹੀ ਨਹੀਂ। ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ, ਆਨ ਨ ਬੀਆ ਤੇਰੀ ਸੰਸਰ। ਤੇਰੇ ਬਰਾਬਰ ਦੂਜਾ ਕੋਈ ਹੈ ਹੀ ਨਹੀਂ। ਤਾਂ ਭਗਤ ਦੀ ਜਿਹੜੀ ਇਹ ਨਿਸ਼ਠਾ ਹੈ, ਉਹਦੇ ਅੰਦਰ ਸ਼ਰਧਾ ਤੇ ਵਿਸ਼ਵਾਸ ਪੈਦਾ ਕਰਦੀ ਹੈ। ਅੱਜ ਸਾਡੀ ਵਿੱਦਿਆ ਦਾ ਵੀ ਦੁਖਾਂਤ ਹੈ ਕਿ ਅਸੀਂ ਵਿੱਦਿਆ ਪੜ੍ਹਦੇ ਤੇ ਹਾਂ, ਪਰ ਲਟਰੇਸ ਤੇ ਇਲਟਰੇਸ ਦਾ ਪਾੜਾ ਵੱਧਦਾ ਹੀ ਜਾਂਦਾ ਹੈ। ਸ਼ਾਇਦ ਹੀ ਕੋਈ ਇਹ ਸੋਚਦਾ ਹੋਏਗਾ ਕਿ ਪੜ੍ਹਨ ਦਾ ਫਾਇਦਾ ਤਾਂ ਹੈ ਜੇ ਅਨਪੜ੍ਹਾਂ ਨੂੰ ਸੁੱਖ ਮਿਲੇ। ਉਹ ਪੜ੍ਹਾਈ ਹੀ ਕਿਸ ਕੰਮ ਦੀ ਹੈ ਜਿਹੜੀ ਜ਼ਰੂਰਤਮੰਦ ਦੇ ਕੰਮ ਹੀ ਨਾ ਆਏ। ਨੈਚੁਰਲ ਰਿਸੋਰਸਸ ਨੂੰ ਬਰਬਾਦ ਕਰਨ ਤੋਂ ਬਾਅਦ ਅੱਜ ਅਸੀਂ ਸੋਲਰ ਐਨਰਜੀ ਜਾਂ ਐਨਰਜੀ ਸੇਵ ਸਿਸਟਮ 'ਤੇ ਸੋਚਦੇ ਹਾਂ। ਕਾਸ਼ ਜਦੋਂ ਤੋਂ ਅਸੀਂ ਇਸ ਟੈਕਨੀਕ ਨੂੰ ਪ੍ਰਮੋਟ ਕਰ ਰਹੇ ਸਾਂ, ਉਸ ਵੇਲੇ ਸੋਚਿਆ ਹੁੰਦਾ। ਤਾਂ ਇਹ ਸੋਚ ਜੇ ਕੋਈ ਦਿੰਦਾ ਹੈ ਤਾਂ ਉਹ ਗੁਰੂ ਦਿੰਦਾ ਹੈ ਕਿ ਕੁਦਰਤ ਕਰਕੇ ਵਸਿਆ ਸੋਏ। ਮਹਿਸੂਸ ਕਰ ਕਿ ਕੁਦਰਤ ਕਰਕੇ ਉਹ ਪਰਮਾਤਮਾ ਵਸਿਆ ਹੋਇਆ। ਜੇ ਤੂੰ ਆਪਣਾ ਬਣਾਇਆ ਹੋਇਆ ਕੁਝ ਵਿਗੜ ਨਾ ਜਾਏ, ਸਦਾ ਯਤਨਸ਼ੀਲ ਰਹਿਣਾ, ਤੇ ਫਿਰ ਉਹ ਕਾਦਰ ਕਿਉਂ ਨਹੀਂ ਯਤਨਸ਼ੀਲ ਰਹੇਗਾ। ਇਸੇ ਕਰਕੇ ਸੰਸਾਰ ਦੇ ਸੁੱਖ ਸਮਰਿੱਧੀਆਂ ਨੂੰ ਹਾਸਲ ਕਰਨ ਲਈ ਪ੍ਰੋਫੈਸ਼ਨ ਨੂੰ ਯੂਜ਼ ਕਰਦਿਆਂ ਹੋਇਆਂ ਜੇ ਤੂੰ ਸਗਲ ਸ੍ਰੇਸ਼ਟ ਦਾ ਰਾਜ ਵੀ ਕਰ ਲਏਗਾ, ਬਾਪੂ ਕਹਿੰਦਾ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ। ਨਾਲ ਹੀ ਬਾਪੂ ਕਹਿੰਦਾ ਹਰ ਕਾ ਨਾਮ ਜਪਤ ਹੋਏ ਸੁਖੀਆ।
ਹੁਣ ਇਹ ਵਿਦਿਆ ਹੀ ਤੁਹਾਨੂੰ ਇੱਕ ਡਿਪਲੋਮੈਟਿਕ ਸਿਸਟਮ ਤੇ ਫਰਾਡ ਵਿਚਲਾ ਫਰਕ ਦਰਸਾਏਗੀ। ਤਾਂ ਹੁਣ ਇਹ ਜਿਹੜਾ ਵਿਦਿਆ ਦਾ ਗਿਆਨ ਹੈ ਇਹ ਹਰ ਇੱਕ ਦੇ ਲਈ ਜ਼ਰੂਰੀ ਹੈ। ਕਿਹਾ ਤੇ ਜਾਂਦਾ ਹੈ ਕਿ ਅੱਜ ਵਿਦਿਆ ਤੇ ਸਿਹਤ ਸਭ ਲਈ ਜ਼ਰੂਰੀ ਹੈ। ਗੌਰ ਕਰਕੇ ਵੇਖਣਾ, ਜੇ ਤੁਸੀਂ 10 ਪੜ੍ਹੇ ਹੋਏ ਹੋ, ਕਿਸੇ 8 ਪੜ੍ਹੇ ਨੂੰ ਕਦੇ ਪੜ੍ਹਾਉਣ ਦੀ ਇੱਛਾ ਜਾਗੀ ਹੈ? ਜੇ 5 ਪੜ੍ਹੇ ਹੋ, ਕਿਸੇ ਅਨਪੜ੍ਹ ਨੂੰ ਊੜਾ ਆੜਾ ਆਪਣੀ ਦੇਸ਼ ਭਾਸ਼ਾ, ਮਾਤਰ ਭਾਸ਼ਾ, ਜੋ ਜੈਸਾ ਤੁਸੀਂ ਗਿਆਨ ਵੰਡ ਸਕਦੇ ਹੋ, ਕਦੇ ਇਹ ਇੱਛਾ ਕੀਤੀ ਹੈ? ਅਨੁਮਾਨ ਲਾਓ, ਬਾਲਾ ਪ੍ਰੀਤਮ ਗੋਬਿੰਦ ਰਾਏ ਸਾਹਿਬ ਸੱਚਾ ਸੱਚਾ ਪਾਤਸ਼ਾਹ ਇਹਨਾਂ ਗਲੀਆਂ ਬੀਥੀਆਂ ਵਿੱਚ ਕਿਹਨਾਂ ਲੋਕਾਂ ਦੇ ਨਾਲ ਘੁੰਮਦਾ ਸੀ? ਉਹ ਕੌਣ ਲੋਕ ਸਨ? ਉਹ ਕਿੰਨੇ ਕੁ ਲਟਰੇਰ ਸਨ, ਕਿੰਨੇ ਕੁ ਅਮੀਰਜ਼ਾਦੇ ਸਨ? ਪਰ ਉਹਨੇ ਸਭ ਨੂੰ ਗਲੇ ਲਾਉਂਦਿਆਂ ਹੋਇਆਂ, ਆਪਣਾ ਸਰਬੰਸ ਬਾਰਦਿਆਂ ਹੋਇਆਂ ਰੱਤਾ ਜਿੰਨਾ ਗੁਰੇਜ਼ ਨਹੀਂ ਕੀਤਾ। ਤੇ ਆਪਾਂ ਅੱਜ ਗੌਰ ਕਰਕੇ ਵੇਖੀਏ, ਇੱਕ ਜਿਹੜਾ ਅੱਤ ਦਾ ਗਰੀਬ ਹੈ, ਜਿਹਦੇ ਘਰ ਖਾਣ ਨੂੰ ਰੋਟੀ ਨਹੀਂ, ਕੋਈ ਚੈਰਿਟੀ ਕਰਨ ਵਾਲਾ ਉਹਨੂੰ ਸਹਾਇਤਾ ਦਿੰਦਾ ਹੈ, ਬੱਚੇ ਉਹਦੇ ਵੀ ਪਲਦੇ ਨੇ। ਕੋਈ 5000 ਤਨਖਾਹ ਲੈਂਦਾ, ਬੱਚੇ ਉਹਦੇ ਵੀ ਪਲਦੇ ਨੇ। ਕੋਈ 2 ਲੱਖ ਤਨਖਾਹ ਲੈਂਦਾ, ਬੱਚੇ ਉਹਦੇ ਹੀ ਪਲਦੇ ਨੇ। ਭ੍ਰਿਸ਼ਟਾਚਾਰੀ ਦੇ ਕੋਲ ਕੀ ਵੇਖੋਗੇ? ਤਾਂ ਬੱਚੇ ਤੇ ਸਭ ਦੇ ਪਲ ਰਹੇ ਨੇ। ਅਸੀਂ ਅੱਜ ਕਰੰਸੀ ਦੀ ਦੌੜ ਵਿੱਚ ਹਾਈ ਆਇਲਸ, ਹਾਈ ਫੋਰਨ ਦੇ ਸੁਪਨੇ ਵੇਖਣ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਯੰਗ ਨੂੰ ਕਦੇ ਸੋਚਣ ਦਾ ਸਮਾਂ ਮਿਲਦਾ ਹੋਏ। ਪਰ ਗੌਰ ਕਰੋ, ਮਨੁੱਖ ਜਾਤੀ ਤੋਂ ਬਗੈਰ ਆਈਦਰ ਸਪਾਈਸ਼ੀਜ਼ ਕੋਲ ਕਿਹੜੀ ਕਰੰਸੀ ਹੈ ਕਿ ਉਹ ਆਪਣੇ ਅਗਲੀ ਜਿਹੜੀ ਪ੍ਰੋਡਕਟਿਵ ਸਿਸਟਮ ਹੈ ਉਸ ਨੂੰ ਨਹੀਂ ਚਲਾਉਂਦੇ? ਤਾਂ ਇਹ ਕਾਦਰ ਹੈ ਜਿਹੜਾ ਕੁਦਰਤ ਰਾਹੀਂ ਪੂਰੇ ਸਿਸਟਮ ਨੂੰ ਸਰਕਲਾਈਜ਼ ਕਰਦਾ ਹੈ। ਤਾਂ ਮਨੁੱਖ ਨੂੰ ਸਿਲੇਬਸ ਦਿੱਤਾ ਸੀ, ਕਰਿਕੂਲਮਸ ਦਿੱਤਾ ਸੀ ਕਿ ਤੂੰ ਸਮਝ ਸਕੇ ਗਿਆਨ ਕਿਸ ਲਈ ਹੈ, ਤੂੰ ਜਾਣ ਸਕੇ ਸੁਵਿਧਾ ਕਿਸ ਲਈ ਹੈ। ਤਾਂ ਤੈਨੂੰ ਮਹਿਸੂਸ ਹੋਏ ਕਿ ਇਸ ਧਰਤੀ ਮਹਿ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਤਾਂ ਸਾਰੇ ਜਿਹੜੇ ਤੇਰੇ ਪਾਣੀ ਭਰਨ ਵਾਲੇ ਨੇ, ਤੂੰ ਉਹਨਾਂ ਨੂੰ ਗੁਲਾਮ ਬਣਾਉਣ ਵੱਲ ਤੁਰ ਪਿਆ। ਤਾਂ ਜਿੱਥੇ ਜਿੱਥੇ ਗੁਲਾਮ ਬਣਾਉਣ ਵੱਲ ਨੂੰ ਤੁਰਿਆ, ਉਥੇ ਉਥੇ ਕੀ ਨੁਕਸਾਨ ਉਠਾਇਆ? ਹਿਟਲਰ ਨੂੰ ਤੁਸੀਂ ਪੜ੍ਹੋਗੇ, ਜਦੋਂ ਤੁਰਦਾ ਨਾਜ਼ੀਵਾਦ ਨੂੰ ਮਾਣ ਮਹਿਸੂਸ ਬਣਾ ਕੇ ਤੁਰਦਾ, 1 ਤੋਂ 20, 20 ਤੋਂ ਹਜ਼ਾਰਾਂ ਦੇ ਵਿੱਚ ਕਨਵਰਟ ਹੁੰਦਿਆਂ ਮਿਲੀਅਨ ਤੱਕ ਚਲੇ ਜਾਂਦਾ, ਰਾਜ ਕਾਇਮ ਕਰ ਲੈਂਦਾ। ਉਹੀ ਸਾਹਸ ਜਦੋਂ ਆਪਣੇ ਹੱਠ ਵਿੱਚ ਕਨਵਰਟ ਕਰ ਲੈਂਦਾ, ਉਹੀ ਉਸ ਨੂੰ ਬਰਬਾਦ ਕਰਕੇ ਰੱਖ ਦਿੰਦਾ। ਤਾਂ ਇਹ ਸਾਹਸ ਹੈ ਅੰਦਰ ਮਹਿਸੂਸ ਕਰਨਾ ਕਿ ਬਾਲਾ ਪ੍ਰੀਤਮ ਅੱਜ ਵੀ ਸਾਡੇ ਨਾਲ ਇਹਨਾਂ ਬੀਥੀਆਂ 'ਚ ਵਿਚਰਦਾ। ਇਹ ਮਹਿਸੂਸ ਕਰਨਾ ਕਿ ਭਗਤ ਜੈਤਾ ਮਲ ਜੀ ਅੱਜ ਵੀ ਸਾਨੂੰ ਨੇਚਰ ਗੰਗਾ ਵਰਗੀ ਪਵਿੱਤਰਤਾ ਦੇ ਲਈ ਸੁਨੇਹਾ ਦਿੰਦਾ। ਇਹ ਕੁਦਰਤ ਵਿੱਚ ਜੀਣ ਵਾਲਿਆ, ਗੌਰ ਕਰ, ਜੋ ਤੂੰ ਪੋਲਿਊਸ਼ਨ ਪੈਦਾ ਕਰ ਰਿਹਾ, ਜੋ ਤੂੰ ਵੇਸਟ ਕਰ ਰਿਹਾ, ਉਹਦੀ ਯੂਜ਼ਿੰਗ ਕਿੱਥੇ ਹੈ? ਜੇ ਤੈਨੂੰ ਉਹਦੀ ਯੂਜ਼ਿੰਗ ਦੀ ਅਕਲ ਨਹੀਂ, ਤਾਂ ਤੈਨੂੰ ਉਹ ਟੌਕਸਿਕ ਸਿਸਟਮ ਕ੍ਰੀਏਟ ਕਰਨ ਦੀ ਵੀ ਕੋਈ ਉਹ ਨਹੀਂ ਹੋਣੀ ਚਾਹੀਦੀ। ਤਾਂ ਤੇਰਾ ਕੋਈ ਹੱਕ ਨਹੀਂ ਕਿ ਤੂੰ ਇਹੋ ਜਿਹੀ ਟੌਕਸਾਈਸੇਸ਼ਨ ਪੈਦਾ ਕਰ ਦੇਵੇਂ ਕਿ ਹਰ ਥਾਂ 'ਤੇ ਬਦਬੂ ਹੀ ਬਦਬੂ ਫੈਲਦੀ ਜਾਏ। ਕੁਦਰਤ ਨੇ ਤੇਰੀ ਬਾਡੀ ਨੂੰ ਸਰਕੂਲਾਈਜ਼ ਕੀਤਾ, ਤੂੰ ਨਿਊਟ੍ਰੀਸ਼ਨ ਵੈਲਿਊ ਨੂੰ ਯੂਜ਼ ਕਰਦਾ। ਜਿੰਨੀ ਤੇਰੀ ਵੇਸਟ ਹੈ, ਨੇਚਰ ਜਾ ਕੇ ਫਰਟਾਇਲਿਟੀ ਦੇ ਵਿੱਚ, ਫਰਟੀਲਿਟੀ 'ਚ ਕਨਵਰਟ ਹੋ ਕੇ ਦੁਬਾਰਾ ਫਿਰ ਪਲਾਂਟਸ ਪ੍ਰਮੋਟ ਹੋ ਜਾਂਦੇ ਨੇ। ਤਾਂ ਫੂਡ ਚੇਨ ਕਿਹਾ ਜਾਂਦਾ। ਵੇਖ ਕੁਦਰਤ ਦੀ ਕੁਰਬਾਨੀ, ਪਰ ਕਦੇ ਆਪਣੇ ਵੱਲ ਗੌਰ ਕਰਕੇ ਵੇਖ, ਜੋ ਕੁਝ ਤੂੰ ਖੜਾ ਕਰ ਰਿਹਾ, ਚਾਹੇ ਉਹ ਕਿਸੇ ਤਰ੍ਹਾਂ ਦਾ ਹੋਵੇ, ਤੈਨੂੰ ਕਿਸ ਪਾਸੇ ਵੱਲ ਲਿਜਾ ਰਿਹਾ ਹੈ। ਤੇਰਾ ਅੰਨ ਪੂਰਾ ਧਨ ਸੀ, ਇਹ ਮਨੁੱਖੀ ਜੀਵਨ ਦਾ ਸੱਚ ਸੀ। ਤੂੰ ਇਹਨਾਂ ਨੂੰ ਹਰੀ ਕ੍ਰਾਂਤੀ ਰਾਹੀਂ ਜ਼ਹਿਰਾਂ ਦੇ ਵਿੱਚ ਕਨਵਰਟ ਕਰਕੇ ਅੱਜ ਕਿੱਥੇ ਜਾ ਖੜੇ ਹੈ ਕਿ ਅਸ਼ੁੱਧ ਅੰਨ ਤੋਂ ਅਸ਼ੁੱਧ ਮਨ ਹੋਇਆ ਮਾਂ ਬਾਪ ਦੇ ਸਤਿਕਾਰ ਤੋਂ ਲੈ ਕੇ ਸਮਾਜ ਨੂੰ ਕਿਸ ਤਰ੍ਹਾਂ ਨਾਲ ਉਜਾੜਦਾ ਨਜ਼ਰ ਆਉਂਦਾ ਹੈ। ਜੇ ਇਸ ਨੂੰ ਸੁਧਾਰਨਾ ਚਾਹੁੰਦਾ ਹੈ, ਇੱਕ ਗੱਲ ਖਿਆਲ ਰੱਖੀ, ਬਾਲਾ ਪ੍ਰੀਤਮ ਸਰਬੰਸ ਬਾਰਦਿਆਂ ਹੋਇਆਂ ਮਾਣ ਕਰਕੇ ਕਹਿ ਕੇ ਗਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹਨਾਂ ਹਜ਼ਾਰਾਂ ਦੇ ਵਿੱਚੋਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਇਸ ਸਰਜ਼ਮੀਨ 'ਤੇ ਆਏ ਹੋਏ ਹਾਂ। ਤਾਂ ਉੱਥੇ ਜਿੱਥੇ ਗੰਗਾ ਜੀ ਭਗਤ ਜੈਤਾ ਮਲ ਦਾ ਇਸ਼ਨਾਨ ਕਰਵਾਉਣ ਦਾ ਸੁਨੇਹਾ ਪਈ ਦਿੰਦੀ ਹੈ, ਕਿਉਂਕਿ ਪਾਣੀ ਦੇ ਵਿੱਚ ਇੱਕ ਪਵਿੱਤਰਤਾ ਹੈ ਕਿ ਪਾਣੀ ਦੀ ਇਹ ਮੁੱਲਵਾਨਤਾ ਹੈ। ਜਲ ਕਰ ਉਪਜਤ, ਜਲ ਕਰ ਕਰਦਮ ਉਪਜਤ ਹੈ, ਜਲ ਕਰ ਪੰਕ ਬਨਾਸ, ਮਨ ਕਰ ਉਪਜਤ ਪਾਪ ਕਿਲ, ਮਨ ਕਰ ਬਿਨਸਤ ਪਾਪ।
ਕਿ ਪਾਣੀ ਕਰਕੇ ਚੱਕੜ ਪੈਦਾ ਹੁੰਦਾ ਹੈ ਤੇ ਪਾਣੀ ਨਾਲ ਹੀ ਚੱਕੜ ਦੀ ਸਫਾਈ ਹੁੰਦੀ ਹੈ। ਜਿੰਨੇ ਜੀਵਨ ਦੀ ਪਵਿੱਤਰਤਾ ਦੇ ਲਈ ਬਾਪੂ ਨੇ ਪਾਣੀ ਨੂੰ ਪਿਓ ਵਰਗਾ ਸਨਮਾਨ ਦਿੰਦਿਆਂ ਹੋਇਆਂ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਦਾ ਸੁਨੇਹਾ ਦਿੱਤਾ। ਪਰ ਅੱਜ ਅਸੀਂ ਫਲੱਡ ਇਰੀਗੇਸ਼ਨ ਰਾਹੀਂ ਪਾਣੀ ਬਰਬਾਦ ਕਰਦੇ ਹਾਂ, ਧਰਤੀ ਹੇਠੋਂ ਉਜਾੜਦੇ ਜਾ ਰਹੇ ਹਾਂ। ਔਰ ਆਪਣੇ ਯੂਜ਼ ਕਰਨ ਦੇ ਢਾਂਚੇ ਨੂੰ ਸਹੀ ਨਾ ਕਰਕੇ ਪਾਣੀ ਦੇ ਰਾਹੀਂ ਜਿੰਨੀਆਂ ਸਾਡੀਆਂ ਨਹਿਰਾਂ ਨੇ ਜਾਂ ਹੋਰ ਰੂਪ ਨੇ ਸਭ ਨੂੰ ਵਿਗਾੜਦੇ ਜਾ ਰਹੇ ਹਾਂ। ਪੋਲਿਊਟਡ ਪਾਣੀ ਨੂੰ ਜੇ ਸਵਾਰਨ ਦਾ ਸੁਨੇਹਾ ਲੈ ਸਕਦੇ ਹਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਥਾਨ ਤੇ ਜਦੋਂ ਪ੍ਰਵੇਸ਼ ਕਰਦੇ ਨੇ, ਨਿੱਕੀ ਜਿੰਨੀ ਟਾਕੀ ਰਾਹੀਂ ਆਪਣਾ ਉਹ ਅਬਰੋਡ ਰੂਪ ਜਿਹਨੂੰ ਇੱਕ ਕਿੱਲੇ ਨਾਲ ਲਿਆ ਕੇ ਆਪਣਾ ਘੋੜਾ ਬੰਨ੍ਹਦੇ ਨੇ, ਤੁਹਾਡੇ ਕੋਲ ਇਤਿਹਾਸ ਗਵਾਹ ਹੈ। ਤੇ ਫਿਰ ਕਿਉਂ ਸੋਚਦੇ ਹੋ ਕਿ ਅੱਜ ਅਸੀਂ ਪਾਣੀ ਨੂੰ ਸਾਫ਼ ਨਹੀਂ ਰੱਖ ਸਕਦੇ? ਕਿਉਂ ਸੋਚਦੇ ਹੋ ਕਿ ਅੱਜ ਹਵਾ ਨੂੰ ਸੰਭਾਲ ਨਹੀਂ ਸਕਦੇ? ਕਿਉਂ ਸੋਚਦੇ ਹੋ ਕਿ ਖੁਰਾਕ ਨੂੰ ਸੁਧਾਰ ਨਹੀਂ ਸਕਦੇ? ਸੱਜਣਾ, ਮਹਿਸੂਸ ਕਰਨਾ ਪਏਗਾ ਭਗਤ ਜੈਤਾ ਮਲ ਜੀ ਵਰਗਾ ਦ੍ਰਿੜ ਇਰਾਦਾ, ਮਜ਼ਬੂਤ ਕਰਨਾ ਹੋਏਗਾ ਭਗਤ ਜੈਤਾ ਮਲ ਜੀ ਵਾਂਗੂ ਦ੍ਰਿੜ ਵਿਸ਼ਵਾਸ ਕਿ ਜੇ ਮੇਰਾ ਸੱਚਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਕੇ ਪਾਣੀ ਦੀ ਮਹੱਤਤਾ, ਹਵਾ ਦੀ ਮਹੱਤਤਾ, ਖੁਰਾਕ ਦੀ ਮਹੱਤਤਾ ਦੱਸਦਿਆਂ ਹੋਇਆਂ ਤੈਨੂੰ ਜਿਉਣ ਦੀ ਅਕਲ ਦਿੰਦਾ ਹੈ। ਵਰਤਮਾਨ ਜਿੰਨਾ ਕੁਝ ਜ਼ਹਿਰੀਲਾ ਪੋਲਿਊਟ ਹੈ ਇਹਦੇ ਵਿੱਚ ਜੀਵਨ ਦੀ ਸਮਰੱਥਾ ਦੇ ਸਕਦਾ ਹੈ। ਇਹ ਤੁਹਾਡੇ ਐਂਟੀਬਾਡੀਜ਼ ਹੀ ਹਨ ਜਿਨ੍ਹਾਂ ਸਦਕਾ ਤੁਹਾਡੇ ਅੰਦਰ ਜੇ ਕੋਈ ਵਾਇਰਸ ਜਾਂਦਾ ਵੀ ਹੈ ਬਾਈਪਾਸ ਹੋ ਜਾਂਦਾ ਹੈ। ਔਰ ਜੇ ਕਿਧਰੇ ਸਰੀਰ ਅੰਦਰ ਕਮਜ਼ੋਰੀ ਹੋਵੇ ਉਹੀ ਵਾਇਰਸ ਸਤਿ ਸ੍ਰੀ ਅਕਾਲ ਕਰ ਦਿੰਦਾ ਹੈ, ਜੀਵਨ ਨੂੰ ਖਤਮ ਕਰ ਦਿੰਦਾ ਹੈ। ਤਾਂ ਇੱਕ ਪਾਸੇ ਇਹ ਜੀਵਨ ਲੀਲਾ ਹੈ, ਕਿਉਂਕਿ ਬਾਲ ਲੀਲਾ ਕਰਨ ਵਾਲੇ ਬਾਲਾ ਪ੍ਰੀਤਮ ਸੱਚੇ ਸਾਹਿਬ ਜੀ ਜਿੱਥੇ ਸਾਨੂੰ ਪ੍ਰੇਮ ਸੁਨੇਹੇ ਰਾਹੀਂ ਕਿ ਜੀਵਨ ਇੱਕ ਲੀਲਾ ਹੈ, ਅਗਰ ਇਸ ਲੀਲਾ ਨੂੰ, ਕੌਤਕ ਨੂੰ ਆਪਣੀ ਜ਼ਿੰਦਗੀ ਦੀ ਖੁਸ਼ਗਵਾਰਗੀ ਵਿੱਚ ਜੀਣਾ ਚਾਹੁੰਦਾ ਹੈ ਤਾਂ ਆਪਣੇ ਚੁਗਿਰਦੇ ਦੀ ਸੰਭਾਲ ਕਰਨ ਦਾ ਮਾਣ ਮਹਿਸੂਸ ਕਰ। ਨਾਲ ਨਾਲ ਰੱਬ ਵੱਲੋਂ ਮਿਲੇ ਹੋਏ ਸਵਾਸ ਜਿਹਦੀ ਇੱਕ ਇੱਕ ਦੀ ਮੁੱਲ ਤਾਂ ਕੋਈ ਨਹੀਂ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਇਹਦੇ ਨਾਲ ਜੁੜ ਕੇ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰ। ਜਦੋਂ ਤੇਰੇ ਅੰਦਰ ਆਤਮ ਵਿਸ਼ਵਾਸ ਆ ਜਾਏਗਾ ਤਾਂ ਬਾਪੂ ਆਂਦਾ ਹੈ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇਕਠਾਏ। ਜਿੱਥੇ ਤੇਰੇ ਅੰਦਰ ਰੱਬ ਦਾ ਨਾਮ ਆ ਜਾਏਗਾ ਉੱਥੇ ਹਉਮੈ ਰਹੇਗੀ ਨਹੀਂ। ਜਿੱਥੇ ਈਗੋ ਨਹੀਂ ਰਹੇਗੀ ਤਾਂ ਉੱਥੇ ਫਿਰ ਕਦੇ ਵੀ ਦੂਜੇ ਦਾ ਮੁੱਲ ਸਮਝਣ ਦੀ ਕੀਮਤ ਵੀ ਰਹੇਗੀ। ਦੂਸਰੇ ਨੂੰ ਨੀਵਾਂ ਵਿਖਾਉਣ ਦੀ ਤੇਰੀ ਅੰਦਰਲੀ ਹਸਰਤ ਖਤਮ ਹੋ ਜਾਏਗੀ। ਫਿਰ ਤੈਨੂੰ ਪਤਾ ਲੱਗ ਜਾਏਗਾ ਕਿ ਹਜ਼ਮ ਤੈਨੂੰ ਖੁਰਾਕ ਨੇ ਹੀ ਆਉਣਾ ਹੈ, ਹਜ਼ਮ ਤੇਰੇ ਅੰਦਰ ਦੀ ਅਗਨ ਨੇ ਹੀ ਕਰਨਾ ਹੈ। ਔਰ ਇਹਨਾਂ ਦੇ ਸਾਧਨ ਲਈ ਸੁਵਿਧਾ ਪੈਸਾ ਹੋ ਸਕਦਾ ਹੈ, ਸੁਵਿਧਾ ਕਰੰਸੀ ਹੋ ਸਕਦੀ ਹੈ, ਸੁਵਿਧਾ ਰੋਟੀ ਕੱਪੜਾ ਮਕਾਨ ਹੋ ਸਕਦੀ ਹੈ, ਪਰ ਡਾਲਰ ਚੱਬੇ ਨਹੀਂ ਜੇ ਜਾਣੇ, ਰੁਪਈਏ ਹਜ਼ਮ ਨਹੀਂ ਜੇ ਆਉਣੇ। ਹਜ਼ਮ ਜੇ ਆਏਗੀ ਤਾਂ ਉਹ ਖੁਰਾਕ ਹੀ ਆਏਗੀ। ਔਰ ਖੁਰਾਕ ਨੂੰ ਜੇ ਹਜ਼ਮ ਕਰਨ ਵਾਸਤੇ ਤੇਰੇ ਸਰੀਰ ਅੰਦਰ ਤਾਪਮਾਨ ਨੂੰ ਮੈਨੂਅਲ ਕਰੇਗਾ ਤਾਂ ਉਹ ਪਾਣੀ ਕਰੇਗਾ। ਔਰ ਤੇਰੇ ਸਰੀਰ ਅੰਦਰ ਆਕਸੀਡੇਸ਼ਨ ਰਾਹੀਂ ਚੇਤਨਾ ਜੇ ਦੇਗੀ ਤਾਂ ਉਹ ਪਵਨ ਗੁਰੂ ਹੀ ਦੇਗਾ, ਪਵਨ ਹਵਾ ਹੀ ਚੇਤਨਾ ਬਣ ਕੇ ਦੇਗੀ। ਤਾਂ ਇਹ ਜਿਹੜਾ ਸ਼ਬਦ ਬੋਲਿਆ ਜਾ ਰਿਹਾ ਹੈ, ਕਿਉਂਕਿ ਜੋ ਬੋਲ ਜ਼ੁਬਾਨ ਚੋਂ ਨਿਕਲ ਰਿਹਾ ਹੈ ਅੰਦਰ ਗਏ ਹੋਏ ਸਾਹ ਨੂੰ, ਸਾਡੀ ਜਿਹੜੀ ਮਾਊਥ ਬਕਲ ਕੈਵਿਟੀ ਹੈ ਇਹ ਬਾਹਰ ਨਿਕਲਦਿਆਂ ਸ਼ਬਦਾਂ ਦਾ ਰੂਪ ਦਿੰਦੀ ਹੈ। ਇਹ ਨਿਆਰੇ ਨਿਆਰੇ ਦੇਸ਼ਾਂ ਦੀਆਂ ਨਿਆਰੀਆਂ ਨਿਆਰੀਆਂ ਭਾਸ਼ਾਵਾਂ ਵਿੱਚ ਨਿਆਰੇ ਨਿਆਰੇ ਸ਼ਬਦ ਹੋ ਸਕਦੇ ਨੇ। ਕੋਈ ਡੱਚ ਹੋਏਗੀ, ਕੋਈ ਚਾਈਨੀ ਹੋਏਗੀ, ਕੋਈ ਸਪੈਨਿਸ਼ ਹੋਏਗੀ, ਕੋਈ ਇੰਗਲਿਸ਼ ਹੋਏਗੀ। ਸਾਨੂੰ ਮਾਣ ਹੈ ਆਪਣੀ ਪੰਜਾਬੀ 'ਤੇ, ਕਿਉਂਕਿ ਸਾਡੀ ਪੰਜਾਬੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਰੂਪ ਵਿੱਚ ਆਪਣੇ ਹਿਰਦੇ ਅੰਦਰ ਸਮੋ ਕੇ ਪੱਟੀ ਬਾਣੀ ਰਾਹੀਂ ਨਿੱਤ ਸੁਨੇਹਾ ਦਿੰਦੇ ਆ। ਪੰਜਾਬੀ ਬੋਲਣ ਵਾਲੇ ਪੰਜਾਬੀ ਵੀਰਾ, ਤੇਰੇ ਮੁਖ ਵਿੱਚ ਤੇ ਸਦਾ ਗੁਰੂ ਵਸਦਾ ਹੈ, ਤੇ ਤੇਰੇ ਮੁਖ ਇਸ ਮੁਖ ਵਿੱਚ ਵਸਣ ਵਾਲੇ ਆਪਣੇ ਗੁਰੂ ਦੀ ਮਹਿਮਾ ਨੂੰ ਸਦਾ ਵਾਸਤੇ ਯਾਦ ਰੱਖੀਏ। ਸਿਮਰੋ ਸਿਮਰ ਸਿਮਰ ਸੁਖ ਪਾਵੋ,
ਕਲ ਕਲੇਸ਼ ਤਨ ਮਾਹੇ ਮਿਟਾਵੋ। ਗੁਰੂ ਕਿਰਪਾ ਕਰੇ ਸ਼ਬਦ ਸਾਡੇ ਜੀਵਨ ਅੰਦਰ ਵਸੇ। ਭਗਤੀ ਕਰਦਿਆਂ ਹੋਇਆਂ ਉਸ ਪਰਮਾਤਮਾ ਦੀ ਅਸੀਸ ਨੂੰ ਮਹਿਸੂਸ ਕਰਨ ਦਾ ਯਤਨ ਕਰੀਏ। ਅਦਬ ਸਹਿਤ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।